ਮਾਈਨਿੰਗ ਪਾਲਿਸੀ ਲਾਗੂ ਹੋਣ ਤੋਂ ਬਾਅਦ ਅਜੇ ਤੱਕ ਖੱਡਾਂ ਦੀ ਨਿਲਾਮੀ ਨਾ ਹੋਣ ਕਾਰਨ ਟਿੱਪਰ ਚਾਲਕਾਂ ਨੇ ਕੀਤਾ ਰੋਸ ਪ੍ਰਦਰਸ਼ਨ। ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਮਾਈਨਿੰਗ ਪਾਲਿਸੀ ਤਿਆਰ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਬਜਰੀ ਮਿਲ ਸਕੇ। ਪਰ ਪੰਜਾਬ ਸਰਕਾਰ ਦੇ ਵੱਲੋਂ ਅਜੇ ਤੱਕ ਪਾਲਿਸੀ ਲਾਗੂ ਕਰ ਖੱਡਾਂ ਦੀ ਨਿਲਾਮੀ ਨਹੀਂ ਕੀਤੀ ਗਈ, ਜਿਸ ਕਰਕੇ ਟਿੱਪਰ ਚਾਲਕਾਂ ਦਾ ਕਾਰੋਬਾਰ ਬੰਦ ਪਿਆ ਹੋਇਆ ਹੈ। ਬੰਦ ਪਏ ਟਿੱਪਰਾਂ ਦੀਆਂ ਕਿਸ਼ਤਾਂ ਵੀ ਨਹੀਂ ਉਤਰ ਰਹੀਆਂ, ਘਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ। ਇਸ ਲਈ ਅੱਜ ਉਹਨਾਂ ਨੇ ਗੁਰਦਾਸਪੁਰ ਵਿੱਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਖੱਡਾਂ ਦੀ ਨਿਲਾਮੀ ਕਰੇ ਤਾਂ ਜੋ ਉਹਨਾਂ ਦਾ ਕਾਰੋਬਾਰ ਚੱਲ ਸਕੇ। ਜੀ ਅੱਜ ਇਕੱਠੇ ਹੋਏ ਜੀ, ਮਾਈਨਿੰਗ ਇਹਨਾਂ ਦੀ ਪਾਲਿਸੀ ਬਣਾਤੀ ਆ, ਪਰ ਪਾਲਿਸੀ ਅਜੇ ਤੱਕ ਲਾਗੂ ਨਹੀਂ ਹੋਈ, ਜਿਸ ਕਰਕੇ ਟਰੱਕ ਸਾਰੇ ਖੜੇ ਨੇ। ਟਰੱਕਾਂ ਦੀ ਲੱਖ ਰੁਪਈਆ 80 ਹਜ਼ਾਰ ਰੁਪਈਆ ਕਿਸ਼ਤਾਂ ਜੀ ਬੰਦ ਹੋ ਗਏ ਆ ਸਾਰੇ। ਉਹਦੇ ਕਰਕੇ ਕਿਸ਼ਤਾਂ ਦਾ ਪ੍ਰੋਬਲਮ ਆਂਡੀ ਆ। ਉਹਦੇ ਜਿਹੜੇ ਆਪਾਂ ਡਰਾਈਵਰ ਰੱਖੇ ਆ, ਡਰਾਈਵਰਾਂ ਰੋਜੀ ਰੋਟੀ ਖਰਾਬ ਹੋ ਗਈ ਆ। ਜਿਹੜੇ ਵਿਚਾਰੇ ਮਿਸਤਰੀ ਮਕਾਨ ਬਣਾਉਂਦੇ ਆ, ਉਹਦੀ ਰੋਜੀ ਰੋਟੀ ਦੇ ਖਰਾਬ ਹੋ ਰਹੀ ਆ, ਅੱਗੇ ਮਜ਼ਦੂਰਾਂ ਦੀ ਹੋ ਰਹੀ ਆ। ਸੱਚੇ ਦਿਲੋਂ ਸਾਰੇ ਲੋਕਾਂ ਕੋ ਕਹਿ ਕੇ ਵੋਟਾਂ ਪਵਾ ਕੇ ਅਸੀਂ ਸਰਕਾਰ ਬਣਾਈ ਸੀਗੀ ਵੀ ਸਾਡਾ ਭਲਾ ਹੋਏਗਾ, ਮਗਰ ਸਾਨੂੰ ਕੋਈ ਦਿਸ ਨਹੀਂ ਰਿਹਾ ਭਲਾ। ਅੱਗੇ ਰੇਤਾ ਜੀ ਵਿਕਦਾ ਸੀਗਾ 2200 ਰੁਪਈਆ 2300 ਰੁਪਈਆ। ਮੌਜੂਦਾ ਹੁਣ ਜਿਹੜਾ ਮਾਲ 2 ਨੰਬਰ 'ਚ ਆ ਰਿਹਾ ਜੀ, J&K ਤੇ ਹਿਮਾਚਲ 'ਚੋਂ ਆਉਣ ਡਿਆ, ਉਹ ਰੇਤਾ ਇਸ ਵੇਲੇ 4000 ਵਿਕ ਰਿਹਾ ਜੀ। ਲੋਕ ਵੀ ਪਰੇਸ਼ਾਨ ਆ, ਅਸੀਂ ਵੀ ਪਰੇਸ਼ਾਨ ਆ। ਅਸੀਂ ਡਰਦੇ ਮਾਰੇ ਗੱਡੀਆਂ ਨਹੀਂ ਭੇਜਦੇ ਕਿ ਤਾਂ ਕਿ ਸਾਡੀ ਗੱਡੀਆਂ ਨੂੰ ਕੋਈ ਚਲਾਨ ਨਾ ਕੱਢ ਦੇ। ਜੀ ਮੈਂ ਬਤੌਰ ਡਰਾਈਵਰ ਤੇ ਸਾਡੀ ਰੋਟੀ ਦੇ ਲਾਲੇ ਪਏ ਆ ਜੀ। ਇਸ ਟਾਈਮ ਸਾਨੂੰ ਅੱਜ ਕਮ ਸੇ ਕਮ 1 ਮਹੀਨਾ ਹੋ ਗਿਆ ਵਿਹਲੇ ਬੈਠੇ। ਦਿੱਕਤ ਇਹੀ ਆ ਕਿ ਪੰਜਾਬ ਸਰਕਾਰ ਜਦੋਂ ਬਣੀ ਸੀ ਕਹਿੰਦੇ ਸੀ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ, ਲੇਕਿਨ ਮਜ਼ਦੂਰਾਂ, ਡਰਾਈਵਰਾਂ, ਹਰ ਇੱਕ ਵਰਗ ਨੂੰ ਬਹੁਤ ਪਰੇਸ਼ਾਨੀ ਆ ਰਹੀ ਆ। ਲੰਬਾ ਸੰਘਰਸ਼ ਮਿੰਡਾਂਗੇ ਜੀ, ਆਪਣਾ ਕੋਸ਼ਿਸ਼ ਕਰਾਂਗੇ ਕਿ ਪਠਾਨਕੋਟ ਟੂਲ ਟੈਕਸ ਰੋਕਿਆ ਜਾਵੇ। ਜੇ ਗੱਡੀਆਂ ਸਾਡੀਆਂ ਭਰਨ ਜਾਂਦੀਆਂ ਉੱਥੇ ਰੇਤਾ ਬਜਰੀ ਮਿਲਦੀ ਨਹੀਂ, ਤੇ 5-4 ਦਿਨ ਤੋਂ ਇਹ ਪਾਲਿਸੀ ਬਣ ਚੁੱਕੀ ਆ, ਉਹਨੂੰ ਲਾਗੂ ਕਿਉਂ ਨਹੀਂ ਕੀਤਾ? ਜੇ ਲਾਗੂ ਨਹੀਂ ਕੀਤਾ ਤੇ ਫਿਰ ਜਿਹੜੀਆਂ ਹਿਮਾਚਲ ਤੋਂ ਗੱਡੀਆਂ ਜਾਂ J&K ਤੋਂ ਗੱਡੀਆਂ ਭਰ ਕੇ ਆਉਂਦੀਆਂ, ਉਹਨਾਂ ਨੂੰ ਬੰਦ ਕਿਉਂ ਨਹੀਂ ਕਰਦੇ? ਜੇ ਸਾਡੀਆਂ ਗੱਡੀਆਂ ਸਾਰੀਆਂ ਦੀਆਂ ਬੰਦ ਆ ਵੀ ਰੇਤਾ ਦਾ ਰੇਟ ਉਹਨਾਂ ਠੀਕ ਰੱਖਿਆ, ਜਿਹੜੀ ਬਜਰੀ ਆ ਇਹਦਾ ਰੇਟ ਇਹਨਾਂ ਜ਼ਿਆਦਾ ਕਰਤਾ। ਅੱਗੇ ਬਜਰੀ 1100-1200 ਨੂੰ ਮਿਲਦੀ ਸੀ, ਉਹ 2000 ਨੂੰ ਕਰਤੀ ਹੈ ਜੀ। ਅੱਜ ਇਕੱਠੇ ਹੋਏ ਜੀ, ਮਾਈਨਿੰਗ ਇਹਨਾਂ ਦੀ ਪਾਲਿਸੀ ਬਣਾਤੀ ਆ, ਪਰ ਪਾਲਿਸੀ ਅਜੇ ਤੱਕ ਲਾਗੂ ਨਹੀਂ ਹੋਈ, ਜਿਸ ਕਰਕੇ ਟਰੱਕ ਸਾਰੇ ਖੜੇ ਨੇ। ਟਰੱਕਾਂ ਦੀ ਲੱਖ ਰੁਪਈਆ 80 ਹਜ਼ਾਰ ਰੁਪਈਆ ਕਿਸ਼ਤਾਂ ਜੀ, ਜਿਸ ਕਰਕੇ ਹੁਣ ਇਹ ਪਾਲਿਸੀ ਕਿੰਨੇ ਦਿਨ ਲਾਗੂ ਨਹੀਂ ਕਰ ਰਹੇ, ਉਹ ਪਤਾ ਨਹੀਂ ਕਿਉਂ ਨਹੀਂ ਕਰ ਰਹੇ। ਅਗਰ ਕਰਨਗੇ ਤਾਂ ਫਿਰ ਤੇ ਵਧੀਆ, ਅਗਰ ਨਹੀਂ ਕਰਦੇ ਫਿਰ ਅਸੀਂ ਸੰਘਰਸ਼ ਕਰਾਂਗੇ ਜੀ। ਕਿਉਂਕਿ ਅਸੀਂ ਵੀ ਆਪਣੀ ਗੱਡੀਆਂ ਦੀ, ਟਿੱਪਰਾਂ ਦੀਆਂ 4-4 5-5 ਗੱਡੀਆਂ ਦੀਆਂ ਕਿਸ਼ਤਾਂ ਦੇਣੀਆਂ, 4-4 3-3 ਲੱਖ ਰੁਪਈਆ ਕਿਸ਼ਤਾਂ ਹੁੰਦੀਆਂ, ਉਹ ਦੇਣੀਆਂ ਜੀ। ਫਿਰ ਸਾਨੂੰ ਕੱਲ੍ਹ ਨੂੰ ਉਹ ਦੇਣੀਆਂ ਔਖੀਆਂ ਹੋ ਜਾਣਗੀਆਂ, ਸਾਡੇ ਟਰੈਕ ਖਰਾਬ ਹੋ ਜਾਣਗੇ, ਮੁੜ ਕੇ ਅਸੀਂ ਕਾਰੋਬਾਰ ਕਿੱਦਾਂ ਕਰਾਂਗੇ ਜੀ। ਬੰਦ ਹੋ ਗਏ ਆ ਸਾਰੇ। ਉਹਦੇ ਕਰਕੇ ਕਿਸ਼ਤਾਂ ਦਾ ਪ੍ਰੋਬਲਮ ਆਂਡੀ ਆ। ਉਹਦੇ ਜਿਹੜੇ ਆਪਾਂ ਡਰਾਈਵਰ ਰੱਖੇ ਆ, ਡਰਾਈਵਰਾਂ ਰੋਜੀ ਰੋਟੀ ਖਰਾਬ ਹੋ ਗਈ ਆ। ਜਿਹੜੇ ਵਿਚਾਰੇ ਮਿਸਤਰੀ ਮਕਾਨ ਬਣਾਉਂਦੇ ਆ, ਉਹਦੀ ਰੋਜੀ ਰੋਟੀ ਦੇ ਖਰਾਬ ਹੋ ਰਹੀ ਆ, ਅੱਗੇ ਮਜ਼ਦੂਰਾਂ ਦੀ ਹੋ ਰਹੀ ਆ। ਇਸ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਪਾਲਿਸੀ ਜਲਦ ਤੋਂ ਜਲਦ ਲਾਗੂ ਕੀਤੀ ਜਾਏ ਤੇ ਤਾਂ ਕਿ ਸਾਰਿਆਂ ਦਾ ਰੋਜ਼ਗਾਰ ਚੱਲੇ, ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ। ਇਸ ਸਰਕਾਰ ਨੂੰ ਬੜੇ ਅਸੀਂ ਸੱਚੇ ਦਿਲੋਂ ਸਾਰੇ ਲੋਕਾਂ ਕੋ ਕਹਿ ਕੇ ਵੋਟਾਂ ਪਵਾ ਕੇ ਅਸੀਂ ਸਰਕਾਰ ਬਣਾਈ ਸੀਗੀ ਵੀ ਸਾਡਾ ਭਲਾ ਹੋਏਗਾ, ਮਗਰ ਸਾਨੂੰ ਕੋਈ ਦਿਸ ਨਹੀਂ ਰਿਹਾ ਭਲਾ। ਮਗਰ ਇਹਨਾਂ ਸੋਚਣਾ ਚਾਹੀਦਾ ਨਾ ਵੀ ਬਾਕੀ ਜਿਹੜੀ ਜਨਤਾ ਹੈ ਉਹ ਵੀ ਪਰੇਸ਼ਾਨ ਹੋ ਰਹੀ ਆ। ਅੱਗੇ ਰੇਤਾ ਜੀ ਵਿਕਦਾ ਸੀਗਾ 2200 ਰੁਪਈਆ 2300 ਰੁਪਈਆ। ਮੌਜੂਦਾ ਹੁਣ ਜਿਹੜਾ ਮਾਲ 2 ਨੰਬਰ 'ਚ ਆ ਰਿਹਾ ਜੀ, J&K ਤੇ ਹਿਮਾਚਲ 'ਚੋਂ ਆਉਣ ਡਿਆ, ਉਹ ਰੇਤਾ ਇਸ ਵੇਲੇ 4000 ਵਿਕ ਰਿਹਾ ਜੀ। ਲੋਕ ਵੀ ਪਰੇਸ਼ਾਨ ਆ, ਅਸੀਂ ਵੀ ਪਰੇਸ਼ਾਨ ਆ। ਅਸੀਂ ਡਰਦੇ ਮਾਰੇ ਗੱਡੀਆਂ ਨਹੀਂ ਭੇਜਦੇ ਕਿ ਤਾਂ ਕਿ ਸਾਡੀ ਗੱਡੀਆਂ ਨੂੰ ਕੋਈ ਚਲਾਨ ਨਾ ਕੱਢ ਦੇ, ਮਗਰ ਪ੍ਰੋਪਰ ਤਰੀਕੇ ਨਾਲ ਬੰਦ ਨਹੀਂ ਹੋ ਰਿਹਾ। ਜੋ J&K ਤੇ ਹਿਮਾਚਲ 'ਚ ਗੱਡੀਆਂ ਆਉਂਦੀਆਂ, ਪੰਜਾਬ 'ਚ ਤੇ ਬੰਦ ਆ। ਏਜੰਡਾ ਸਾਡਾ ਜੀ ਇਹੀ ਆ, ਰੋਜੀ ਰੋਟੀ ਦਾ ਮਸਲਾ ਜੀ। ਮੈਂ ਬਤੌਰ ਡਰਾਈਵਰ ਤੇ ਸਾਡੀ ਰੋਟੀ ਦੇ ਲਾਲੇ ਪਏ ਆ ਜੀ। ਇਸ ਟਾਈਮ ਸਾਨੂੰ ਅੱਜ ਕਮ ਸੇ ਕਮ 1 ਮਹੀਨਾ ਹੋ ਗਿਆ ਵਿਹਲੇ ਬੈਠੇ। ਦਿੱਕਤ ਇਹੀ ਆ ਕਿ ਪੰਜਾਬ ਸਰਕਾਰ ਜਦੋਂ ਬਣੀ ਸੀ ਕਹਿੰਦੇ ਸੀ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ, ਲੇਕਿਨ ਮਜ਼ਦੂਰਾਂ, ਡਰਾਈਵਰਾਂ, ਹਰ ਇੱਕ ਵਰਗ ਨੂੰ ਬਹੁਤ ਪਰੇਸ਼ਾਨੀ ਆ ਰਹੀ ਆ। ਤੇ ਇਸ ਕਰਕੇ ਜਿਹੜੀ ਆ ਮਾਈਨਿੰਗ ਵਗੈਰਾ ਵਾ ਇਹ ਚਾਲੂ ਕੀਤੀ ਜਾਵੇ, ਜੋ ਸਾਡਾ ਕੰਮ ਚਾਲੂ ਹੈ, ਲੋਡਿੰਗ ਚਾਲੂ ਕੀਤੀ ਜਾਵੇ। ਮੰਗ ਇਹੀ ਆ ਕਿ ਕ੍ਰੈਸ਼ਰ ਚਾਲੂ ਕੀਤੇ ਜਾਣ, ਪੰਜਾਬ ਕੀੜੀਆਂ, ਨਰੋਟ, ਜਿੰਨੇ ਵੀ ਕ੍ਰੈਸ਼ਰ ਪੂਰੇ ਪੰਜਾਬ 'ਚ ਚਾਲੂ ਕੀਤੇ ਜਾਣ। ਸਰਕਾਰ ਨੇ ਪਾਲਿਸੀ ਤੇ ਬਣਾ ਦਿੱਤੀ। ਹਾਂਜੀ, ਪਾਲਿਸੀ ਲਾਗੂ ਨਹੀਂ ਕਰ ਰਹੇ ਜੀ, ਹਜੇ ਚਾਲੂ ਨਹੀਂ ਕਰ ਰਹੇ। ਮਨਸ਼ਾ ਜੀ ਬਸ ਖਰਾਬ ਕਰਨ ਦੀ ਮਨਸ਼ਾ ਜੀ, ਸਾਨੂੰ ਮਜਬੂਰ ਕਰਨ ਦੇ ਧਰਨੇ ਲਾਉਣ ਵਾਸਤੇ। ਲੰਬਾ ਸੰਘਰਸ਼ ਮਿੰਡਾਂਗੇ ਜੀ, ਆਪਣਾ ਕੋਸ਼ਿਸ਼ ਕਰਾਂਗੇ ਕਿ ਪਠਾਨਕੋਟ ਟੂਲ ਟੈਕਸ ਰੋਕਿਆ ਜਾਵੇ। ਸਾਡਾ ਮੇਨ ਏਜੰਡਾ ਵੀ ਰੇਤਾ ਬਜਰੀ ਜਿਹੜੀ ਆ ਉਹ ਲਗਭਗ ਜਦੋਂ ਦੀ ਸਰਕਾਰ ਆਈ ਆ ਬਹੁਤ ਮਾੜੇ ਹਾਲਾਤ 'ਚ ਰਹੀ ਆ, ਮਹਿੰਗੀ ਮਿਲਦੀ ਆ। ਜੇ ਗੱਡੀਆਂ ਸਾਡੀਆਂ ਭਰਨ ਜਾਂਦੀਆਂ ਉੱਥੇ ਰੇਤਾ ਬਜਰੀ ਮਿਲਦੀ ਨਹੀਂ। ਜੇ ਸਰਕਾਰ ਨੇ ਪਾਲਿਸੀ ਬਣਾਈ ਆ ਹੁਣ
ਕਹਿੰਦੀ ਸਰਕਾਰ ਵੀ ਅਸੀਂ ਪਾਲਿਸੀ ਬਣਾਈ, ਬੈਂਸ ਸਾਹਿਬ ਕਹਿੰਦੇ ਅਸੀਂ ਪਾਲਿਸੀ ਬਣਾਤੀ ਹੈ ਤੇ 5-4 ਦਿਨ ਤੋਂ ਇਹ ਪਾਲਿਸੀ ਬਣ ਚੁੱਕੀ ਆ, ਉਹਨੂੰ ਲਾਗੂ ਕਿਉਂ ਨਹੀਂ ਕੀਤਾ? ਜੇ ਲਾਗੂ ਨਹੀਂ ਕੀਤਾ ਤੇ ਫਿਰ ਜਿਹੜੀਆਂ ਹਿਮਾਚਲ ਤੋਂ ਗੱਡੀਆਂ ਜਾਂ JDK ਤੋਂ ਗੱਡੀਆਂ ਭਰ ਕੇ ਆਉਂਦੀਆਂ ਉਹਨਾਂ ਨੂੰ ਬੰਦ ਕਿਉਂ ਨਹੀਂ ਕਰਦੇ? ਜੇ ਸਾਡੀਆਂ ਗੱਡੀਆਂ ਸਾਰੀਆਂ ਦੀਆਂ ਬੰਦ ਆ, ਅਸੀਂ ਦੁਖੀ ਹਿਰਦੇ ਨਾਲ ਅਸੀਂ ਸਾਰੇ ਇਕੱਤਰ 'ਚ ਹੋਏ ਆ। ਜਿੰਨੇ ਵੀ ਗੱਡੀਆਂ ਵਾਲੇ ਮਾਲਕ ਆ, ਡਰਾਈਵਰ ਆ, ਟਰਾਲੀਆਂ ਵਾਲੇ ਸਾਰੇ ਵੀਰ ਅਸੀਂ ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਰੇ ਇਕੱਠੇ ਹੋਏ ਆ। ਅਜਨਾਲਾ, ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ, ਦੀਨਾਨਗਰ, ਅਸੀਂ ਸਾਰਿਆਂ ਇਹ ਸਲਾਹ ਅੱਜ ਕੀਤੀ ਆ, ਮੀਟਿੰਗ ਕੀਤੀ ਆ ਵੀ ਅਸੀਂ DC ਸਾਹਿਬ ਬੜੇ ਵਧੀਆ ਇਨਸਾਨ ਆ ਗੁਰਦਾਸਪੁਰ ਦੇ। ਇਹ ਦੂਜੀ ਸਰਕਾਰ 'ਚ ਬਤੌਰ DC ਰਹੇ ਆ ਇਕਬਾਲ ਮੁਹੰਮਦ ਜੀ। ਉਹਨਾਂ ਨੂੰ ਬੇਨਤੀ ਕਰਦੇ ਆ ਬਤੌਰ ਸਾਰੇ ਅਸੀਂ ਜਿੰਨੇ 11 ਮੈਂਬਰੀ ਕਮੇਟੀ ਬਣੀ ਆ ਤੇ ਜਿੰਨੇ ਸਾਡੇ ਸੱਜਣ ਇੱਥੇ ਮਿੱਤਰ ਆਏ ਆ, ਜਿੰਨੇ ਵੱਧ ਤੋਂ ਵੱਧ ਇਕੱਤਰ ਹੋਏ ਆ, ਅਸੀਂ ਉਹਨਾਂ ਨੂੰ ਬੇਨਤੀ ਇਹ ਕਰਾਂਗੇ ਵੀ ਸਾਡੀ 2 ਦਿਨ ਦੇ ਵਿੱਚ ਇਹ ਜਿਹੜੀ ਬੈਲਟ ਆ ਨਰੋੜ ਦੀ ਤੇ ਕੀੜੀਆਂ ਦੀ, ਕੰਡਿਆਲ ਦੀ, ਮਾਧੋਪੁਰ ਦੀ, ਇਹ ਬੈਲਟ ਚਾਲੂ ਕਰਵਾਈ ਜਾਏ। ਜੇ ਨਹੀਂ ਕਰਵਾਉਣੀ ਤੇ ਅਸੀਂ 2 ਦਿਨ ਦਾ ਉਹਨਾਂ ਨੂੰ ਸਮਾਂ ਦੇਵਾਂਗੇ। ਉਹਦੇ ਬਾਅਦ 'ਚ ਅਸੀਂ ਮੀਟਿੰਗ ਕਰਕੇ ਫਿਰ ਅਸੀਂ ਵੱਡੇ ਲੈਵਲ ਤੇ ਭਾਵੇਂ ਸਾਨੂੰ ਰੋਡ ਜਾਮ ਕਰਨੇ ਪੈਣ, ਭਾਵੇਂ ਸਾਨੂੰ ਧਰਨੇ ਦੇਣੇ ਪੈਣ, ਅਸੀਂ ਫਿਰ ਆਪਣੇ ਸਾਰਿਆਂ ਸਾਥੀਆਂ ਨਾਲ ਸਲਾਹ ਕਰਕੇ ਮਜਬੂਰ ਹੋ ਜਾਵਾਂਗੇ ਵੀ ਉਹ ਜਿਹੜੀ ਬੈਲਟ ਆ ਤਾਰਾਗੜ੍ਹ ਵਾਲੀ, ਮਾਧੋਪੁਰ ਵਾਲੀ, ਪਰ ਅਸੀਂ ਤਾਂ ਕਹਾਂਗੇ ਸਾਰਾ ਪੰਜਾਬ ਹੀ ਚਾਲੂ ਕਰਾਓ। ਲੋਕ ਜਿਹੜੇ ਵਿਚਾਰੇ ਤਰਸਣ ਦੇ ਕੰਮ ਨੂੰ, ਸਾਡੇ ਨਾਲ ਮਜ਼ਦੂਰ ਜੁੜੇ, ਮਿਸਤਰੀ ਜੁੜੇ, ਠੇਕੇਦਾਰ ਜੁੜੇ, ਟਰਾਲੀਆਂ ਵਾਲੇ ਜੁੜੇ, ਕਿਹੜਾ ਬੰਦਾ ਸਾਡੇ ਡਰਾਈਵਰਾਂ ਦੇ ਨਾਲ ਜਾਂ ਟਰਾਂਸਪੋਰਟਰਾਂ ਨਾਲ ਨਹੀਂ ਜੁੜਿਆ? ਨਹੀਂ ਹੋਈਆਂ ਚਾਲੂ। ਉਹ ਅਸੀਂ ਜੇ ਕ੍ਰੈਸ਼ਰਾਂ ਨੂੰ ਪੁੱਛਦੇ ਆ, ਉਹ ਕਹਿੰਦੇ ਸਾਨੂੰ ਇਹ ਦਰਿਆ 'ਚ ਇਹ ਮਾਈਨਿੰਗ ਕਰਨ ਨਹੀਂ ਜਾਣ ਦਿੰਦੇ। ਅਸੀਂ ਤੁਹਾਨੂੰ ਇੱਥੋਂ ਮਿੱਟੀ ਥੋੜ੍ਹੀ ਕ੍ਰੈਸ਼ਰ 'ਤੇ ਲਾ ਦੇਣੀ ਹੈ। ਜੇ ਪਾਲਿਸੀ ਬਣਾਈ ਆ ਇਹਨੂੰ ਲਾਗੂ ਕਰਨ। ਅਸੀਂ ਤੇ ਤਾਂ ਨਹੀਂ ਬੋਲੇ ਵੀ ਜੇ ਅਸੀਂ ਸਰਕਾਰ ਬਣਾਈ ਹੈ ਤੇ ਇਹ ਚੰਗੇ ਕੰਮ ਕਰਕੇ ਦੱਸਣ। ਜੇ ਚੰਗੇ ਕਰਨ ਦੇ ਆ ਉਹ ਫਿਰ ਲਾਗੂ ਕਰਨ। ਲਾਗੂ ਕਿਉਂ ਨਹੀਂ ਕਰਦੇ? ਉਹਦੇ ਨਾਲ ਸਾਨੂੰ ਦਿੱਕਤ ਕੋਈ ਨਹੀਂ। ਦਿੱਕਤ ਤੇ ਇਹ ਆ ਵੀ ਪਬਲਿਕ ਨੂੰ ਹੋਊਗੀ। ਉਹਦੇ ਵਿੱਚ ਇਹ ਆ ਵੀ ਰੇਤਾ ਦਾ ਰੇਟ ਉਹਨਾਂ ਠੀਕ ਰੱਖਿਆ, ਜਿਹੜੀ ਬਜਰੀ ਆ ਇਹਦਾ ਰੇਟ ਇਹਨਾਂ ਜ਼ਿਆਦਾ ਕਰਤਾ। ਅੱਗੇ ਬਜਰੀ 1100-1200 ਨੂੰ ਮਿਲਦੀ ਸੀ, ਉਹ 2000 ਨੂੰ ਕਰਤੀ ਆ। ਰੇਤਾ ਜਿਹੜੀ ਆ ਉਹ 900 ਜੇ ਠੀਕ, ਉਹ ਅਸੀਂ ਕਹਿੰਦੇ ਠੀਕ ਆ। ਬਾਕੀ ਜਿਹੜੀ ਬਜਰੀ ਆ ਉਹਦਾ ਰੇਟ ਘੱਟ ਕੀਤਾ ਜਾਏ। ਸਮਝ ਫਿਰ ਅਸੀਂ ਰੋਡ ਜਾਮ ਕਰਾਂਗੇ, ਸੰਘਰਸ਼ ਕਰਾਂਗੇ। ਸਾਨੂੰ ਤਾਂ ਫਿਰ ਮਜਬੂਰੀ ਹੈ ਨਾ, ਜਦੋਂ ਸਾਡੀਆਂ ਟਿੱਪਰਾਂ ਦੇ 80-90 ਕਿਸ਼ਤਾਂ, ਤੇ ਜੇ ਸਾਡੀ ਕਿਸ਼ਤ ਨਹੀਂ ਤਰੂਗੀ, ਸਾਡੇ ਬੱਚਿਆਂ ਨੇ ਰੋਟੀ ਖਾਣੀ ਆ, ਸਾਡੇ ਜਿੰਨੇ ਮਜ਼ਦੂਰ ਆ ਉਹਨਾਂ ਦੀ ਟਰਾਂਸਪੋਰਟ ਜਿਹੜੀ ਆ ਇਹ ਤਾਂ ਸਾਰੀ ਲੋਕਾਂ ਦੇ ਨਾਲ ਸੰਬੰਧਿਤ ਆ। ਤੇ ਜੇ ਸਾਨੂੰ ਇਹ ਅਸੀਂ ਭੁੱਖੇ ਮਾਰਨਗੇ ਤਾਂ ਅਸੀਂ ਤਾਂ ਫਿਰ ਸੰਘਰਸ਼ ਕਰਾਂਗੇ, ਅਸੀਂ ਤੇ ਰੋਡਾਂ ਤੇ ਆਵਾਂਗੇ। ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਜਿੱਥੋਂ ਤੱਕ ਤੁਹਾਡਾ ਲਿੰਕ ਹੈਗਾ, ਜਿੰਨੇ ਗੱਡੀਆਂ ਵਾਲੇ ਆ, ਨੁਕਤੇ ਆ, ਤੇ ਜੇ ਤੁਹਾਨੂੰ 100-200 ਰੁਪਇਆ ਪਾਉਣਾ ਵੀ ਪਏ ਨਾ ਮੇਰੇ ਭਰਾ, ਤੇ ਝਿਜਕ ਨਾ ਕਰਿਓ, ਕੋਈ ਗੱਲ ਨਹੀਂ। ਇੱਥੇ ਕੋਈ ਕਿਸੇ ਤਰ੍ਹਾਂ ਦੀ ਕਤਾਈ ਨਹੀਂ ਹੋਊਗੀ ਇਹ ਗੱਲ ਦੀ, ਤੇ ਨਾ ਅਸੀਂ ਕਿਸੇ ਕੋਲ ਡਰਦੇ ਆ। ਜੇ ਸਾਡਾ ਹੱਕ ਨਾ ਦੇਣਗੇ ਤੇ ਅਸੀਂ ਪਹਿਲਾਂ ਵੀ ਅੱਗੇ ਹੱਕ ਲਿਆ ਜਾ ਕੇ ਤੇ ਦਿੱਲੀ ਜਾ ਕੇ ਪਤਾ ਨਹੀਂ ਕਿੰਨੇ ਕੁ ਅਸੀਂ ਗੱਡੀਆਂ ਤੇ ਟਰਾਲੀਆਂ ਤੇ ਗਏ ਆ, ਉਹ ਵੀ ਯੂਨੀਅਨ ਸਾਡੇ ਨਾਲ ਅਟੈਚ ਹੋਣਗੀਆਂ। ਇਹ ਨਹੀਂ ਵੀ ਅਸੀਂ ਇਕੱਲੇ ਜੇ ਕੋਈ ਤਾਂ ਪਤਾ ਤੇ ਲੱਗ ਜਾਣਗੇ। ਮੈਨੂੰ ਵਿਸ਼ਵਾਸ ਆ ਕਿ DC ਸਾਹਿਬ ਬੜੇ ਇਮਾਨਦਾਰ ਇਨਸਾਨ ਆ, ਕਿ ਦੂਜੀ ਸਰਕਾਰਾਂ ਢਾਉਂਦੇ ਇਕਬਾਲ ਦੀ। ਇਹ ਸਾਡੀ ਆਵਾਜ਼ ਮੁੱਖ ਮੰਤਰੀ ਸਾਹਿਬ ਤੱਕ ਤੇ ਮਾਈਨਿੰਗ ਦੇ ਜਿਹੜੇ ਬੈਂਸ ਸਾਹਿਬ ਆ ਉਹਨਾਂ ਤੱਕ ਸਾਡੀ ਗੱਲ ਪਹੁੰਚਾਉਣਗੇ। ਇਹ ਸਾਨੂੰ ਖੱਜਲ ਨਹੀਂ ਕਰਨਗੇ। ਇਹ ਜਿੰਨੀਆਂ ਲੇਬਰਾਂ ਅੱਜ ਤੋਂ 15-20 ਦਿਨ ਤੋਂ ਭੁੱਖਿਆ, ਸਾਡੀ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸਾਡੀ ਟਰੱਕ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮਜ਼ਦੂਰ ਕਿਸਾਨ ਏਕਤਾ ਸਾਰੇ ਪਾਵਾਂਗੇ, ਖੜੇ ਕਰੋ। ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਟਰੱਕ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਅੱਜ ਦੇ ਜਿਹੜੀ ਨਾਰੇ ਆਪਣੀ ਯੂਨੀਅਨ ਦਾ ਕਿਸਾਨ ਮਜ਼ਦੂਰ ਸਰਕਾਰ ਦੇ ਉਲਟ ਨਾਰੇ ਲਾਵਾਂਗੇ ਤੇ ਠੋਕੇ ਲਾਵਾਂਗੇ। ਰੋਡ ਵੀ ਜਾਮ ਕਰਾਂਗੇ ਤੇ ਸੰਘਰਸ਼ ਜਿੱਦਾਂ ਲੰਮਾ ਕਰਾਂਗੇ ਜੇ ਸਾਡੀ DC ਸਾਹਿਬ ਨੇ ਤੇ ਸਰਕਾਰ ਨੇ ਨਾ ਸੁਣੀ।